ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਵੱਲੋਂ ਇਲਾਕੇ ਦੇ ਸਮੂਹ ਪੱਤਰਕਾਰ ਭਰਾਵਾਂ ਨਾਲ ਆਉਣ ਵਾਲੇ 2022 ਦੇ ਵਿਧਾਨ ਸਭਾ ਦੇ ਚੋਣਾਂ ਸੰਬੰਧੀ ਇੱਕ ਪ੍ਰੈਸ ਕਾਨਫਰੰਸ ਕੀਤੀ। ਇਸ ਸਮੇਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦਾ ਕਹਿਣਾ ਹੈ ਕਿ ਸਾਡੀ ਪਾਰਟੀ ਜੋ ਵੀ ਅੱਜ ਵਿਉਂਤਬੰਦੀ ਬਣਾ ਰਹੀ ਹੈ ਉਹ ਸਭ ਪੂਰੀ ਤਰ੍ਹਾਂ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਨਾਲ ਸੰਬੰਧਿਤ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਡੀ ਪਾਰਟੀ ਵੱਲੋਂ ਚੋਣਾਂ ਨੂੰ ਲੈ ਕੇ ਆਪਣੀ ਰੂਪਰੇਖਾ ਉਲੀਕੀ ਜਾ ਰਹੀ ਹੈ। ਸੋ ਤੁਸੀਂ ਬੜਾ ਮਾਣ ਬਖਸ਼ਿਆ। 4 ਸਾਲ ਹੋ ਗਏ ਆ ਤੁਸੀਂ ਲੋਕਾਂ ਨੇ ਇਹ ਤੁਸੀਂ ਕਹਿ ਸਕਦੇ ਹੋ ਮੇਰੇ ਵੱਲੋਂ ਕਿ ਇਹ ਐਮਐਲਏ ਤੁਹਾਡਾ ਬਣਾਇਆ ਹੋਇਆ। ਮੈਂ ਆਪਦੇ ਬਲ ਤੇ ਨਹੀਂ ਬਣਿਆ। ਤੁਸੀਂ ਲੋਕਾਂ ਨੇ, ਕੋਟਕਪੂਰੇ ਦੇ ਹਲਕੇ ਦੇ ਲੋਕਾਂ ਨੇ, ਆਪਣੇ ਸਾਰੇ ਫਰੀਦਕੋਟ ਜ਼ਿਲ੍ਹੇ ਦੇ ਲੋਕਾਂ ਨੇ, ਖਾਸ ਕਰਕੇ ਜਿਹਦੇ ਚ ਪ੍ਰੈਸ ਦਾ ਬਹੁਤ ਵੱਡਾ ਯੋਗਦਾਨ ਸੀ, ਮੈਨੂੰ ਤੁਸੀਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਆਪਣੀ ਨੁਮਾਇੰਦਗੀ ਕਰਨ ਲਈ ਭੇਜਿਆ। ਨੁਮਾਇੰਦਗੀ ਕਰਦਿਆਂ ਅੱਜ ਤੱਕ ਦੀ ਹਿਸਟਰੀ ਦੇ ਵਿੱਚ ਕਿਸੇ ਵੀ ਐਮਐਲਏ ਵੱਲੋਂ, ਕਿਸੇ ਵੀ ਪਾਰਟੀ ਦੇ ਵੱਲੋਂ ਜਿੰਨੇ ਸਵਾਲ ਤੁਹਾਡੇ ਇਸ ਖਾਦਮ ਵੱਲੋਂ ਵਿਧਾਨ ਸਭਾ ਦੇ ਵਿੱਚ ਲਾਏ ਗਏ ਉਹ 1 ਨੰਬਰ ਤੇ। ਅੱਜ ਤਾਈਂ ਕਦੇ ਵੀ 70 ਸਾਲ ਦੇ ਇਤਿਹਾਸ ਦੇ ਵਿੱਚ ਕਿਸੇ ਵੀ ਐਮਐਲਏ ਨੇ 250 ਸਵਾਲ ਨਹੀਂ ਲਾਇਆ। ਔਰ ਉਹ ਸਵਾਲ ਆਪਣੀ ਰੋਜ਼ਮर्रा ਦੀ ਜ਼ਿੰਦਗੀ ਦੇ ਨਾਲ ਸੰਬੰਧਿਤ ਸੀ। ਭਾਵੇਂ ਉਹ ਅਵਾਰਾ ਪਸ਼ੂਆਂ ਦੀ ਗੱਲ ਹੋਵੇ, ਭਾਵੇਂ ਮਹਿੰਗੀ ਬਿਜਲੀ ਦੀ ਗੱਲ ਹੋਵੇ, ਭਾਵੇਂ ਆਪਾਂ ਨੂੰ ਸੀਵਰੇਜ ਵਿੱਚ ਰਲਿਆ ਜਿਹੜਾ ਪਾਣੀ ਮਿਲਦਾ ਉਹਦੀ ਗੱਲ ਹੋਵੇ, ਸਾਨੂੰ ਜਿਹੜਾ 14 ਸਾਲ ਤੋਂ ਸਾਡੇ ਹੀਰੇ ਵਰਗੇ ਬੱਚਿਆਂ ਨੂੰ ਜਿਹੜਾ ਗਲੀਆਂ ਦੇ ਵਿੱਚ ਰੋਲਿਆ ਗਿਆ, ਚਿੱਕੜ ਦੇ ਵਿੱਚ ਰੋਲਿਆ ਗਿਆ, ਭਾਵੇਂ ਉਹਦੀ ਗੱਲ ਹੋਵੇ, ਸਾਡੇ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ ਕੈਂਸਰ ਪੇਸ਼ੈਂਟਸ ਦੀ ਗੱਲ ਹੋਵੇ, ਉਹਨਾਂ ਦੇ ਇਲਾਜ ਦੀ ਗੱਲ ਹੋਵੇ, ਸਾਡਾ ਸਿਵਲ ਹਸਪਤਾਲ ਦੇ ਵਿੱਚ ਹੁੰਦੀ ਲੁੱਟ ਦੀ ਭਾਵੇਂ ਗੱਲ ਹੋਵੇ, ਸਾਡੇ ਕੋਟਕਪੂਰੇ ਸਿਵਲ ਹਸਪਤਾਲ ਦੇ ਵਿੱਚ ਜਿਹੜੀ ਅਲਟਰਾਸਾਊਂਡ ਦੀ ਮਸ਼ੀਨ ਆਈ ਪਈ ਆ ਉਹਦੀ ਵਰਤੋਂ ਨਹੀਂ ਹੋ ਰਹੀ, ਭਾਵੇਂ ਉਹਦੀ ਗੱਲ ਹੋਵੇ, ਕੋਟਕਪੂਰਾ ਸਿਵਲ ਹਸਪਤਾਲ ਨੂੰ ਬਣਾਉਣ ਦੇ ਵਿੱਚ ਜਿਹੜਾ ਹੋਇਆ ਭ੍ਰਿਸ਼ਟਾਚਾਰ ਆ ਭਾਵੇਂ ਉਹਦੀ ਗੱਲ ਹੋਵੇ, ਸਾਡੇ ਮੁਲਾਜ਼ਮਾਂ ਦੀਆਂ ਜਿਹੜੇ ਮਤਲਬ ਏਰੀਆ ਦੀ ਦਿੱਤਾ ਜਾ ਰਿਹਾ ਭਾਵੇਂ ਉਹਦੀ ਗੱਲ ਹੋਵੇ, ਭਾਵੇਂ ਜਿਹੜੇ ਸਾਡੇ ਨੌਜਵਾਨ ਆ ਜਿਨ੍ਹਾਂ ਨੂੰ ਨੌਕਰੀ ਦੀ ਥਾਂ ਤੇ ਘਰ ਨੌਕਰੀ ਦੀ ਥਾਂ ਤੇ ਪੰਜਾਬ ਸਰਕਾਰ ਨੇ ਦਿੱਤਾ ਕਿ ਡੰਡੇ ਮਾਰੇ, ਜੇਲ੍ਹਾਂ ਦਿੱਤੀਆਂ, ਭਾਵੇਂ ਉਹਦੀ ਗੱਲ ਹੋਵੇ, ਸਾਡੇ ਦੁਕਾਨਦਾਰਾਂ ਨੂੰ ਜਿਸ ਤਰ੍ਹਾਂ ਨਪੀੜਿਆ ਜਾ ਰਿਹਾ, ਮਹਿੰਗੀ ਬਿਜਲੀ ਦੇ ਕੇ ਨਪੀੜਿਆ ਜਾ ਰਿਹਾ, ਵੱਖ-ਵੱਖ ਤਰ੍ਹਾਂ ਦੀਆਂ ਰੇਡਾਂ ਕਰਕੇ, ਭਾਵੇਂ ਉਹਦੀ ਗੱਲ ਹੋਵੇ, ਸਾਡੇ ਗਰੀਬ ਬੱਚਿਆਂ ਦੀ, ਭਾਵੇਂ ਐਸਸੀ ਜਿਹੜੇ ਬੱਚੇ ਆ ਉਹਨਾਂ ਦੀ ਸਕਾਲਰਸ਼ਿਪ ਦੀ ਗੱਲ ਹੋਵੇ, ਭਾਵੇਂ ਮਤਲਬ ਪੁਲਿਸ ਦੀ ਜਿਹੜੀ ਧੱਕਾਸ਼ਾਹੀ ਦੀ ਗੱਲ ਹੋਵੇ, ਸਾਡੇ ਭਾਵੇਂ ਵਾਤਾਵਰਣ ਜਿਹੜਾ ਸਾਨੂੰ ਕੈਂਸਰ ਦੇ ਰੂਪੀ ਪਾਣੀ ਮਿਲ ਰਿਹਾ, ਸਾਨੂੰ ਜਿਹੜਾ ਪਾਣੀ ਦੇ ਵਿੱਚ ਸਾਡਾ ਵਾਤਾਵਰਣ ਗੰਧਲਾ ਕਰਕੇ ਸਾਨੂੰ, ਭਾਵੇਂ ਉਹਦੀ ਗੱਲ ਹੋਵੇ, ਕਾਰਪੋਰੇਟਾਂ ਵੱਲੋਂ ਮਹਿੰਗੀ ਬਿਜਲੀ ਦੇਣ ਦੀ ਗੱਲ ਹੋਵੇ, ਬਾਦਲ ਕਿਆਂ ਵੱਲੋਂ ਚਿੱਟਾ ਵੰਡਣ ਦੀ ਗੱਲ ਹੋਵੇ, ਸਾਰੇ ਕੁਐਸਚਨ ਤੁਹਾਡੇ ਇਸ ਐਮਐਲਏ ਨੇ ਤੁਹਾਡੀ ਕਿਰਪਾ ਕਰਕੇ ਮੈਂ ਉੱਥੇ ਲਾਏ। ਬਹੁਤਿਆਂ ਦਾ ਜਵਾਬ ਮਿਲ ਗਿਆ, ਬਹੁਤਿਆਂ ਦਾ ਨਹੀਂ ਮਿਲਿਆ, ਬਹੁਤਿਆਂ ਦਾ ਗੋਲ-ਮੋਲ ਮਿਲਿਆ। ਇਹਦੀ ਜ਼ਿੰਮੇਵਾਰੀ ਸਪੀਕਰ ਸਾਹਿਬ ਤੇ ਹੈ, ਇਹਦੀ ਜ਼ਿੰਮੇਵਾਰੀ ਪੰਜਾਬ ਦੀ ਵਿਧਾਨ ਸਭਾ ਦੀ ਜਿਹੜੀ ਫੰਕਸ਼ਨ ਹੁੰਦੀ ਹੈ ਉਹਦੇ ਤੇ ਹੈ। ਅੱਜ ਮੈਂ ਤੁਹਾਨੂੰ ਇੱਥੇ ਇਸ ਲਈ ਬੁਲਾਇਆ ਕਿ ਆਮ ਤੌਰ ਤੇ ਜਿਹੜੇ ਪੋਲੀਟੀਸ਼ੀਅਨ ਹੈ, ਜਿਹੜੇ ਆਪਣੇ ਲੋਕ ਨੁਮਾਇੰਦੇ ਆ, ਉਹ ਮੀਡੀਆ ਨੂੰ ਆਪਦੀ ਗੱਲ ਕਹਿਣ ਵਾਸਤੇ ਮਨ ਕੀ ਬਾਤ ਕਰਨਾ ਤੇ ਬੁਲਾਉਂਦੇ ਆ, ਪਰ ਮੈਂ ਤੁਹਾਡੀ ਗੱਲ ਸੁਣਨ ਤੇ ਅੱਜ ਇੱਥੇ ਬੁਲਾਇਆ। ਸਮਾਂ ਭਾਵੇਂ ਥੋੜਾ ਲੱਗ ਜੂਗਾ ਤੁਹਾਡਾ, ਪਰ ਤੁਸੀਂ ਜ਼ਰੂਰ ਜਿਹੜੀਆਂ ਮੇਰੇ ਕੋਲੋਂ ਕੋਈ ਕਮੀਆਂ ਰਹਿ ਗਈਆਂ ਮੈਨੂੰ ਦੱਸੋ ਤਾਂ ਮੈਂ ਦੂਰ ਕਰਨਾ ਚਾਹੁੰਦਾ। ਮੇਰੀ ਫੰਕਸ਼ਨਿੰਗ ਦੇ ਵਿੱਚ ਕਮੀਆਂ ਰਹਿ ਗਈਆਂ ਲੋਕਾਂ ਦੀ, ਕਿਉਂਕਿ ਬਤੌਰ ਐਮਐਲਏ ਜਿਹੜੇ ਪਾਸੋਂ ਤੁਹਾਨੂੰ ਇਹ ਲੱਗਦਾ ਵੀ ਕੁਲਤਾਰ ਸਿੰਘ ਸੰਧਵਾਂ ਨੇ ਆਪਦਾ ਫਰਜ਼ ਪੂਰਾ ਨਹੀਂ ਕੀਤਾ, ਉਹ ਕਿਰਪਾ ਕਰਕੇ ਮੈਨੂੰ ਦੱਸਿਆ ਜਾਵੇ ਤਾਂ ਕਿ ਮੈਂ ਉਹਨੂੰ ਠੀਕ ਕਰਾਂ। ਵਿਧਾਇਕ ਜੀ, ਇੱਕ ਸਵਾਲ ਹੈ ਮੇਰਾ ਜੀ। ਤੁਸੀਂ ਲਗਭਗ 4.25 ਸਾਲ ਦੀ ਵਿਧਾਇਕੀ ਕਰ ਚੁੱਕੇ ਹੋ ਜੀ। 4.25 ਸਾਲਾਂ ਦੇ ਵਿੱਚ ਆਪਣੀ ਹਲਕੇ ਦੀ ਕੋਈ ਇੱਕ ਕੰਮ ਦੱਸ ਦਿਓ ਵੀ ਜਿਹੜਾ ਤੁਸੀਂ ਹੁਣ ਤੱਕ ਹੱਲ ਕਰਵਾਇਆ। ਇੱਕ ਮੇਰਾ ਸਵਾਲ ਇਹ ਹੈ, ਜਿੱਥੋਂ ਤੱਕ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਲੋਕਾਂ ਦੀ ਗੱਲ, ਲੋਕਾਂ ਦੇ ਕੋਲ ਇੱਕ ਵੋਟ ਪਰਚੀ ਸਿਸਟਮ ਹੈ ਜੋ 5 ਸਾਲ ਬਾਅਦ ਉਹਨਾਂ ਨੇ ਯੂਜ਼ ਕਰਨਾ ਹੈ। ਉਹਨਾਂ ਨੇ ਵੋਟ ਪਾ ਕੇ ਤੁਹਾਨੂੰ ਜਿਤਾਤਾ। ਹੁਣ ਇਸ ਗੱਲ ਦਾ ਲੋਕਾਂ ਨਾਲ ਕੋਈ ਭਾਵ ਨਹੀਂ ਹੈ ਵੀ ਸਟੇਟ ਦੇ ਵਿੱਚ ਸਰਕਾਰ ਕਿਹਦੀ ਹੈ, ਸੈਂਟਰ 'ਚ ਸਰਕਾਰ ਕਿਹਦੀ ਹੈ। ਉਹਨਾਂ ਨੂੰ ਤਾਂ ਇਹ ਲੱਗਦਾ ਵੀ ਇਹ ਸਾਡਾ ਨੁਮਾਇੰਦਾ ਹੈ ਅਤੇ ਸਾਨੂੰ ਇਹ ਧਾਰ ਦੂਗਾ। ਠੀਕ ਹੈ, ਇਹ ਜਿਹੜੀਆਂ ਗੱਲਾਂ ਇੱਕ ਸਿਆਸੀ ਗੱਲਾਂ ਹੁੰਦੀਆਂ ਵੀ ਸਰਕਾਰ ਨਹੀਂ ਹੈ, ਮੈਂ ਆਪੋਜੀਸ਼ਨ ਦਾ ਹਾਂ। ਬਹੁਤ ਸਾਰੀਆਂ ਉਦਾਹਰਨਾਂ ਅਸੀਂ ਦੇ ਸਕਦੇ ਹਾਂ ਜਿਹੜੀ ਆਪੋਜੀਸ਼ਨ 'ਚ ਰਹਿ ਕੇ ਹੀ ਜਿਹੜੇ ਐਮਐਲਏ ਨੇ ਹੱਲ ਕਰਾਈਆਂ ਕਿ ਨਹੀਂ।
ਮੈਨੂੰ ਜਿੱਥੇ ਤੱਕ ਯਾਦ ਹੈ ਬਹੁਤ ਪੁਰਾਣੀ ਗੱਲ ਹੈ, ਇੱਕ ਆਪਣਾ ਗੁਰਦਾਸਪੁਰ ਤੋਂ ਓਪੀ ਸੋਨੀ ਜਿਹੜੇ MLA ਰਹੇ, ਇੱਕ ਉਹਨਾਂ ਨੇ ਕਿਸੇ ਸੀਵਰੇਜ ਦੇ ਮਸਲੇ 'ਤੇ ਹੀ ਇਸ ਤਰ੍ਹਾਂ ਹੀ ਇੱਕ ਅਨਸ਼ਨ ਕੀਤਾ ਸੀਗਾ, ਅਤੇ ਉਦੋਂ ਆਪੋਜੀਸ਼ਨ ਦੀ ਸਰਕਾਰ ਸੀ, ਸਰਕਾਰ ਨੂੰ ਝੁਕਣਾ ਪਿਆ ਸੀ, ਉਹ ਮਸਲਾ ਹੱਲ ਵੀ ਹੋਇਆ ਸੀ। ਹੁਣ ਜਿਹੜੀ ਗੱਲ ਤੁਸੀਂ ਉਹਨਾਂ ਨੇ ਸਵਾਲ ਕੀਤਾ ਵੀ ਤੁਸੀਂ ਉਦੋਂ ਮਸਲੇ 'ਚ ਗਏ ਸੀਗੇ, ਕੋਈ ਹੱਲ ਨਹੀਂ ਕੀਤਾ, ਇਹ ਗੱਲਾਂ ਇਹ ਨਹੀਂ ਹੁੰਦੀਆਂ ਵੀ ਸਟੇਟ ਗੌਰਮੈਂਟ ਤੱਕ ਦੀਆਂ। ਇੱਕ MLA ਇੱਕ ਵੋਟ ਹੈ, ਜਦੋਂ ਲੋਕਲ ਨਗਰ ਕੌਂਸਲ ਚੁਣੀ ਗਈ ਉਹਦੇ ਵਿੱਚ MLA ਦੀ ਵੋਟ ਦਾ ਇੱਕ ਮਹੱਤਵਪੂਰਨ ਜਿਹੜਾ ਹਿੱਸਾ, ਤੁਸੀਂ ਲੰਮਾ ਸਵਾਲ ਨਹੀਂ, ਗੱਲਾਂ ਕਲੀਅਰ ਹੈ। ਹਾਂ, ਅਤੇ ਉਸ ਮਸਲੇ ਦੇ ਵਿੱਚ ਜਦੋਂ ਤੁਹਾਡੇ ਕੋਲ ਉਹ ਅਧਿਕਾਰ ਹੈ, ਤੁਸੀਂ ਮਸਲੇ ਕਿਉਂ ਨਹੀਂ ਹੱਲ ਕਰਵਾ ਰਹੇ? ਮੈਂ ਜਿਹੜੇ ਮੈਨੂੰ ਲੱਗਦਾ ਵੀ ਮੈਂ ਨਹੀਂ ਹੱਲ ਕਰਾਇਆ, ਤੁਸੀਂ ਜਿਹੜੀ ਮੇਰੀ ਤਾਕਤ ਦਿੱਤੀ ਉਹਦੇ ਕਰਕੇ ਕਰਾਇਆ। ਦੇਖੋ ਜਿਹੜਾ ਇੱਕ ਹਰੀਨੋ ਤੋਂ ਬਾਹਮਣ ਵਾਲਾ ਰੋਡ ਸੀ ਜੀ, ਉਹ ਪਿਛਲੇ ਮੇਰੇ ਖਿਆਲ 15 ਸਾਲਾਂ ਤੋਂ ਬਣੀ ਨਹੀਂ ਸੀ, ਇੰਨਾ ਮਾੜਾ ਹਾਲ ਸੀ। ਮੈਂ ਤੁਹਾਡੀ ਬਖਸ਼ੀ ਹੋਈ ਤਾਕਤ ਵਰਤ ਕੇ ਉਹ ਬਣਵਾਤੀ ਸੀ ਜੀ, ਉਹ ਬਣ ਗਈ ਹੈ, ਨਵੀਂ ਬਣ ਗਈ। ਫਿਰ ਜਿਹੜੀ ਆ ਤੁਹਾਡਾ ਇੱਧਰੋਂ ਜਦੋਂ ਆਪਾਂ ਜੈਤੋ ਰੋਡ ਤੋਂ ਸੈਣੀ ਵਾਲੇ ਕੋਠਿਆਂ ਨੂੰ ਜਾਂਦੇ ਹਾਂ, ਉਹ ਮੇਰੇ ਖਿਆਲ ਪਿਛਲੇ 20-25 ਸਾਲਾਂ ਤੋਂ ਕਿਸੇ ਨੇ ਨਜਾਇਜ਼ ਕਬਜ਼ਾ ਹੀ ਕਰ ਰੱਖਿਆ ਸੀ ਰਾਹ ਦੇ, ਉਹ ਤੁਹਾਡੀ ਬਖਸ਼ੀ ਹੋਈ ਤਾਕਤ ਵਰਤ ਕੇ ਮੈਂ ਉਹ ਖੁਲਵਾਤਾ ਸੀ। ਠੀਕ ਹੈ ਜੀ। ਮੈਡੀਕਲ ਕਾਲਜ ਦੇ ਵਿੱਚ ਗਰੀਬ ਬੱਚਿਆਂ ਦੀ, ਗਰੀਬ ਪੇਸ਼ੈਂਟ ਦੀ ਲੁੱਟ ਹੁੰਦੀ ਸੀ, ਉਹ ਬਹੁਤ ਹੱਦ ਤੱਕ ਅਸੀਂ ਕੈਂਸਰ ਦੇ ਪੇਸ਼ੈਂਟ ਦੀ ਬਹੁਤ ਹੱਦ ਤੱਕ ਅਸੀਂ ਉਹਨੂੰ ਕੰਟਰੋਲ ਕਰਦੇ ਹਾਂ। ਜਿਹੜਾ ਮੈਡੀਕਲ ਕਾਲਜ ਦੇ ਵਿੱਚ ਜਿਹੜੇ ਡਾਕਟਰ ਬਣਦੇ ਆ, ਜਿਹੜੇ ਪੜ੍ਹਦੇ ਆ, ਉਹਨਾਂ ਨੂੰ ਕਈਆਂ ਨੂੰ ਤਾਂ ਚੌਗਣੀ ਡਿਊਟੀ ਦੇਣੀ ਪੈਂਦੀ ਸੀ ਜੀ, ਤੇ ਕਈ ਘਰੇ ਬੈਠੇ ਹੀ ਆਪਦਾ ਹਾਜ਼ਰੀਆਂ ਲਵਾਈ ਜਾਂਦੇ ਸੀ, ਮਤਲਬ ਆਪਦੀ ਡਾਕਟਰੀ ਦੀ ਪੜ੍ਹਾਈ ਵੀ ਪੂਰੀ ਤਰ੍ਹਾਂ ਨਹੀਂ ਕਰਾਉਂਦੇ ਸੀ। ਉਹਦੇ ਵਿੱਚ ਅਸੀਂ ਆਪਦੀ ਦਖਲ ਦੇ ਕੇ ਉਹ ਸਿਸਟਮ ਠੀਕ ਕਰਾ ਦਿੱਤਾ। ਹੁਣ ਹਰੇਕ ਨੂੰ ਆਪਦੀ ਪ੍ਰੋਪਰ ਟ੍ਰੇਨਿੰਗ ਲੈਣੀ ਪੈਂਦੀ ਹੈ ਸਹੀ ਤਰ੍ਹਾਂ ਡਾਕਟਰ ਬਣਨਾ। ਅਸੀਂ ਕੋਟਕਪੂਰੇ ਦੇ ਵਿੱਚ ਤੁਹਾਡੀ ਬਖਸ਼ੀ ਹੋਈ ਤਾਕਤ ਕਰਕੇ ਐਂਬੂਲੈਂਸ ਇੱਥੇ ਲਿਆਂਦੀ, ਕਿਉਂਕਿ ਉਦੋਂ ਆਪਣੇ ਕੋਲ ਆਪਣੇ MP ਸਾਹਿਬ ਸੀਗੇ ਜੀ। ਇੱਥੇ ਅਲਟਰਾਸਾਊਂਡ ਦੀ ਮਸ਼ੀਨ ਇੱਥੇ ਲੈ ਕੇ ਆਂਦੀ, ਉਹ ਤੁਹਾਡੀ ਬਖਸ਼ੀ ਹੋਈ ਤਾਕਤ ਦੇ ਨਾਲ ਹੈ। ਫਿਰ ਇੱਥੇ ਮੈਂ ਜਿਹੜੀ ਹਾਰਟੀਕਲਚਰ ਦੇ ਇੱਥੇ ਕੈਂਪ ਲਵਾਏ, ਉਹ ਆਪੋਜੀਸ਼ਨ ਦੇ MLA ਕੋਲ ਲੱਗ ਨਹੀਂ ਸਕਦੇ ਹੁੰਦੇ, ਲੇਕਿਨ ਆਪਾਂ ਤੁਹਾਡੀ ਬਖਸ਼ੀ ਹੋਈ ਤਾਕਤ ਕਰਕੇ ਮੈਂ ਉਹ ਲਵਾ। ਮੈਡੀਕਲ ਕਾਲਜ ਦੇ ਵਿੱਚ ਜਿਹੜੀ ਪਰਚੀ ਬਣਾਉਣ ਦੇ ਵਿੱਚ ਵੀ ਬੜਾ ਪ੍ਰੋਬਲਮ ਆਉਂਦੀ ਸੀ ਜੀ, ਆਧਾਰ ਕਾਰਡ ਬਣਾਉਣ ਦੇ ਵਿੱਚ ਬੜੀ ਪ੍ਰੋਬਲਮ ਆਉਂਦੀ ਆਪਣੇ ਸ਼ਹਿਰ ਦੇ ਵਿੱਚ ਵੀ ਸਾਰੇ, ਉਹ ਕਾਫੀ ਹੱਦ ਤੱਕ ਮੈਂ ਉਹਨੂੰ ਠੀਕ ਕਰਾ ਲਿਆ, ਲੇਕਿਨ ਪੂਰੀ ਤਰ੍ਹਾਂ ਠੀਕ ਨਹੀਂ ਹੋਇਆ, ਕਿਉਂਕਿ ਹਰੇਕ ਬੰਦੇ ਦਾ ਇਹ ਮਤਲਬ ਹਰੇਕ ਬੰਦੇ ਦੀ ਪ੍ਰੋਬਲਮ ਆਧਾਰ ਕਾਰਡ ਦੀ। ਸਭ ਤੋਂ ਵੱਡੀ ਜਿਹੜੀ ਮੈਨੂੰ ਲੱਗਦਾ ਜਿਹੜਾ ਮੈਂ ਕਰ ਸਕਿਆ ਉਹ ਇਹ ਕਰ ਸਕਿਆ ਵੀ ਪਹਿਲਾਂ MLA ਨੂੰ ਲੱਭਣਾ ਪੈਂਦਾ ਹੁੰਦਾ ਸੀ ਕੰਮ ਕਰਾਉਣ ਵਾਸਤੇ। ਹੁਣ MLA ਤੁਹਾਡੇ ਬਾਹਰ ਤੇ ਖੜਾ ਜੀ, ਫੋਨ ਮਾਰੋ ਤੁਹਾਡੇ ਕੋਲ ਹਾਜ਼ਰ ਹੈ, ਤੇ ਪਹਿਲੇ ਦਿਨ ਤੋਂ ਹੀ ਜਦੋਂ ਤੁਸੀਂ ਮੇਰੇ ਤੇ ਕਿਰਪਾ ਕੀਤੀ ਸੀ, ਜਦੋਂ ਦਾ ਰਿਜ਼ਲਟ ਆਇਆ, ਉਦੋਂ ਦਾ ਇੱਥੇ ਇੱਕ ਦਫ਼ਤਰ ਚੱਲ ਰਿਹਾ ਸ਼ਹਿਰ ਦੇ ਵਿੱਚ, ਉਹ ਮੇਰਾ ਖਿਆਲ ਕਿਸੇ MLA ਨੇ ਬਣਾਇਆ ਆਪਣੇ, ਇਹ ਰਿਵਾਜ ਹੀ ਨਹੀਂ ਸੀ, ਤਾਂ ਕਿ ਲੋਕਾਂ ਨੂੰ MLA ਨੂੰ ਲੱਭਣਾ ਨਾ ਪਵੇ। MLA ਦੇ ਦਫ਼ਤਰ ਦੇ ਕੰਮ ਹੈ, ਜਿਵੇਂ ਤੁਹਾਡੇ ਸਾਈਨ ਸੂਨ ਕਰਨ ਵਾਲੇ ਉਹ ਸਾਰਾ ਕੁਝ ਉੱਥੇ ਹੋ ਜੇ, ਉਹਦੇ ਉੱਤੇ ਪ੍ਰੋਪਰ। ਅੱਛਾ, ਕਿਸੇ ਦਾ ਕੋਈ ਪੈਸਾ ਨਹੀਂ ਲੱਗਦਾ, ਫਾਰਮ ਜਿੰਨੇ ਵੀ ਲੋਕ ਭਲਾਈ ਸਕੀਮਾਂ ਦੇ ਪੈਨਸ਼ਨਾਂ, ਹਜ਼ਾਰਾਂ ਪੈਨਸ਼ਨਾਂ ਲਵਾਤੀਆਂ ਜੀ ਗਰੀਬਾਂ ਦੀਆਂ, 1 ਰੁਪਿਆ ਕਿਸੇ ਦਾ ਲੱਗਣ ਨਹੀਂ ਦਿੱਤਾ, ਈਵਨ ਟਾਈਪਿੰਗ ਦੇ ਪੈਸੇ ਵੀ ਲੱਗਣ ਦਿੱਤੇ ਕਿਸੇ ਦੇ। ਸ਼ਗਨ ਸਕੀਮ ਵਾਲੇ ਫਾਰਮ ਭਰਾਤੇ ਆ, ਹੁਣ ਭਰਾਉਣਾ ਹੀ ਫਰਜ਼ ਹੈ ਜੀ। ਹੁਣ ਤੁਸੀਂ ਕਹੋਗੇ ਤੁਸੀਂ ਦੇ ਦਿਓ, ਮੇਰੇ ਕੋਲ ਦੇਣ ਜੋਗਾ ਤਾਂ ਹੈ ਨਹੀਂ, ਸਰਕਾਰ ਨੇ ਦੇਣੀ ਹੈ ਜੀ ਸ਼ਗਨ ਸਕੀਮ। ਸੋ ਇਸ ਤਰ੍ਹਾਂ ਲੱਗਿਆ ਹੋਇਆ ਜੀ, ਲੇਕਿਨ ਮੇਰੀ ਤਸੱਲੀ ਨਹੀਂ ਹੋਈ ਹਜੇ। ਮੇਰੀ ਤਸੱਲੀ ਉਦੋਂ ਹੋਊਗੀ ਜਦੋਂ ਗੁਰੂ ਸਰਕਾਰ ਦੇ ਵਿੱਚ ਬਿਠਾਊਗਾ। ਜਿਵੇਂ ਦਿੱਲੀ ਦੇ ਵਿੱਚ ਲੋਕ ਜਾਣ ਹੀ ਨਹੀਂ ਦਿੰਦੇ, ਔਰ ਸਾਡੇ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਵੋਟ ਤਾਂ ਪਾਇਓ ਜੇ ਕੰਮ ਕੀਤੇ ਆ, ਤੇ ਮੈਂ ਵੀ ਇੱਕ ਚਾਹੁੰਦਾ ਵੀ ਮੈਂ ਵੀ ਐਂ ਕਹਾਂ ਵੀ ਭਾਈ ਮੈਂ ਤੁਹਾਡੇ ਕੋਲ ਵੋਟ ਨਹੀਂ ਮੰਗਣੀ, ਜੇ ਕੰਮ ਕੀਤੇ ਤਾਂ ਵੋਟ ਪਾਇਓ, ਨਹੀਂ ਨਾ ਪਾਇਓ। ਉਹ ਉਦੋਂ ਹੋਊ ਜਦੋਂ ਗੁਰੂ ਮਹਾਰਾਜ ਕਿਰਪਾ ਕਰਨਗੇ ਆਪਾਂ ਸਰਕਾਰ ਚ।